ठीक है। अच्छा, एक पोइम मैं शेयर कर रही हूँ, मैनू नहीं पता तुसी बुक्स ले लिया कि नहीं ले लिया, दैट्स व्हाई आई एम शोइंग द पेज। पोइम हैगी ओड ऑन अ ग्रेशियन अर्न। इंटरनेट कनेक्शन इज अनस्टेबल प्रॉब्लम। अच्छा जी, प्रॉब्लम आ गई तो देखेंगे, नेट का कनेक्शन थोड़ा स्लो हो रहा है। आ रही मेरी आवाज? हाँ जी मैम। हाँ जी मैम। जेड़ा पेज शो हो रहा है बेटे उन्होंने देखो जरा, ये हैगी ओड ऑन अ ग्रेशियन अर्न, एक ਤੁਹਾਡੀ पोइम है। पोइम बहुत लंबी है एंड बहुत मैच्योर पोइम है। बहुत आइडियाज ਜਿਹੜੇ ਇੰਨੇ ਡਿਫਿਕਲਟ ਲਏ ਆ ਨੇ ਕਿ ਤੁਹਾਡੇ ਲੈਵਲ, ਮੈਂ ਇਦਾਂ ਕਹਾਂ ਕਿ ਤੁਹਾਡੇ ਲੈਵਲ ਦੀ ਨਹੀਂ ਹੈ, ਤੁਸੀਂ ਛੋਟੇ ਬੱਚੇ ਆ, ਮੇਰੇ ਲਈ ਛੋਟੇ, ਤੁਸੀਂ ਤਾਂ ਬਹੁਤ ਆਪਣੇ ਨੂੰ ਬਹੁਤ ਸਮਝਦੇ ਹੋਣੇ ਸੀ, ਬਹੁਤ ਵੱਡੇ ਹੋ ਗਏ। ਬਟ ਇਹ ਜਿਹੜੀ ਪੋਇਮ ਚ ਵਿਊ ਉਹਨੇ ਲਿਆ ਹੈਗਾ ਉਹ ਬਹੁਤ ਡੀਪ ਹੈ। ਜਿਹੜਾ ਵੀ ਬਹੁਤ ਬੱਚਾ ਸੀਰੀਅਸ ਥਾਟ ਰੱਖਦਾ ਹੋਵੇ ਜਾਂ ਕੋਈ लिटरेचर से इंटरेस्ट रखता है उन्होंने आराम ना समझ आएगी। ठीक है, मैं इंट्रोडक्शन पढ़ रही हूँ। ओड ऑन अ ग्रेशियन इज अमंग द मास्टरपीसेस ऑफ जॉन कीट्स रिटन इन मई 1819। जॉन कीट्स एक बहुत ब्यूटीफुल पोइम होया, वैसे तो रोमांटिक पोइट है, बहुत पोइम्स इन्हें रोमांस ते लिखिया है, पर बहुत अच्छी पोइम इन्हें नेचर ते भी लिखिया है। एक डिफरेंट पोइम है ਜਿਹੜੀ ਇੱਕ अर्न ਤੇ ਲਿਖੀ ਹੈ। अर्न ਜਿਵੇਂ ਆਪਾਂ ਮਟਕਾ ਕਹਿ ਲਈਏ, ਇਸ ਤਰ੍ਹਾਂ अर्न ਹੁੰਦਾ ਛੋਟਾ ਜਿਹਾ, ਜਿਵੇਂ ਗੜਵੀ ਕਹਿ ਲਈਏ, ਉਹ ਤਾਂ ਸਮਝਦੇ ਹੋਵੋਗੇ ਨਾ ਉਹ ਚੀਜ਼, ਮਟਕਾ ਕਹਿ ਲਈਏ। ਕਹਿੰਦਾ ਓਡ ਇਜ਼ ਇਨਸਪਾਇਰਡ ਬਾय ਦ ਐਂਸ਼ੀਐਂਟ ਗ੍ਰੀਕ ਵਰਲਡ ਆਫ ਇਮੇਜਿਨੇਸ਼ਨ। ਗ੍ਰੀਕ ਵਰਲਡ ਵਿੱਚ ਜਿਹੜੀ ਇਮੇਜਿਨੇਸ਼ਨ ਚੱਲਦੀ ਹੈ ਉਹਦੇ ਅਕੋਰਡਿੰਗਲੀ ਨਾ ਉਹ ਡਰਾ ਕਰਦੇ, ਜਿਸ ਤਰ੍ਹਾਂ ਆਪਾਂ ਤੁਸੀਂ ਪੁਰਾਣੇ ਦੇਖਿਆ ਹੋਣਾ, ਲੋਕੀ ਜਦੋਂ ਆਪਣੀ ਕਿਚਨ ਬਣਾਉਂਦੇ ਸੀ ਨਾ, ਕਿਚਨ ਜਿਹੜੀ ਮਿੱਟੀ ਦੀ ਬਣਾਉਂਦੇ ਸੀ ਨਾ, ਉਹਦੇ ਉੱਪਰ ਇੱਕ ਪੇਂਟਿੰਗਸ ਕਰ ਦਿੰਦੇ ਸੀ। ਕਿਹਦੀ ਕਿਹਦੀ ਪੇਂਟਿੰਗਸ ਕਰਦੇ ਸੀ? ਪੀਕੌਕ ਦੀਆਂ, ਬਫਲੋ ਦੀਆਂ, ਹੋਰ ਕੋਈ ਛੋਟਾ ਜਿਹਾ ਪੰਛੀ, ਮਤਲਬ ਜਿਹੜੀ ਸਾਡੀ ਇਮੇਜਿਨੇਸ਼ਨ, ਜਿਹੜੀ ਚੀਜ਼ਾਂ ਅਸੀਂ ਨੇਚਰ 'ਚ ਦੇਖਦੇ ਆ, ਜਿਹੜੀਆਂ ਚੀਜ਼ਾਂ ਅਸੀਂ ਨੇਚਰ ਦੇਖ ਕੇ ਬਿਊਟੀਫੁਲ ਫੀਲ ਕਰਦੇ ਆ, ਰਿਲੈਕਸਡ ਫੀਲ ਕਰਦੇ ਆ, ਉਹ ਅਸੀਂ ਆਪਣੀ ਇਮੇਜਿਨੇਸ਼ਨ 'ਚ ਰੱਖ ਲੈਂਦੇ ਆ ਹਮੇਸ਼ਾ ਲਈ, ਤੇ ਉਹ ਕਦੋਂ ਨਿਕਲਦੀਆਂ? ਤੁਹਾਡੀਆਂ ਪੇਂਟਿੰਗਸ ਵਿੱਚ। ਸੋ ਇਸ ਤਰ੍ਹਾਂ ਦੀ ਪੇਂਟਿੰਗ ਇਮੇਜਿਨੇਸ਼ਨ ਵਾਲੀ ਇੱਕ अर्न ਤੇ ਕੀਤੀ ਗਈ। अर्न ਮੈਂ ਫਿਰ ਦੁਬਾਰਾ ਦੱਸਦਾ, ਜਿਹੜੇ ਬੱਚੇ ਹੁਣ ਜੁਆਇਨ ਕਰ ਰਹੇ ਆ, ਗੜਵੀ ਟਾਈਪ ਇੱਕ ਚੀਜ਼, ਲੋਟਾ ਜਿਹਨੂੰ ਹਿੰਦੀ ਚ ਕਹਿੰਦੇ ਆ, ਇੱਕ ਛੋਟਾ ਜਿਹਾ ਉੱਪਰੋਂ ਖੁੱਲਾ, ਨੀਚੋਂ ਉਹਦਾ ਗੋਲ ਆਕਾਰ ਹੋਵੇ ਜਿਹੜਾ। Keats tells of dead and senseless thing in terms of life, movement and feeling। ਕਹਿੰਦਾ ਇੱਕ ਡੈਡ ਚੀਜ਼ ਹੈ अर्न, ਉਹ ਕਿਹੜਾ ਜਿੰਦਾ ਜਾਗਦੀ ਚੀਜ਼ ਹੈ। अर्न ਜਿਹੜਾ ਆ ਉਹ ਡੈਡਲੈਸ ਚੀਜ਼ ਹੈ। ਕਹਿੰਦਾ ਉਹਦੇ ਬਾਰੇ ਉਹ ਗੱਲ ਕਰਦਾ ਪਿਆ। ਠੀਕ ਹੈ, ਸਾਡੇ ਲਈ ਤਾਂ ਅਸੀਂ ਕੋਈ ਗੜਵੀ ਦੇਖੀ, ਅਸੀਂ ਤਾਂ ਇਹ ਗੜਵੀ ਹੈ, ਪਰ ਉਹਦੇ ਲਈ ਉਹ ਗੜਵੀ ਨਹੀਂ ਹੈ। ਉਸ ਚੀਜ਼ ਤੇ, ਉਸ अर्न ਤੇ ਪੇਂਟਿੰਗਸ ਬਣੀਆਂ ਹੋਈਆਂ, ਉਹ ਹੁਣ ਪੇਂਟਿੰਗਸ ਦੀ ਵੀ ਗੱਲ ਕਰੂਗਾ। The poem gives a beautiful description of a series of designs and pictures on the Grecian urn। ਇਹ ਗੱਲ ਮੈਂ ਕਰਤੀ ਕਿ ਗ੍ਰੇਸ਼ੀਅਨ अर्न ਤੇ ਕਿੰਨੀਆਂ ਪਿਕਚਰਸ ਬਣੀਆਂ ਹੋਈਆਂ, ਉਹਦੇ ਬਾਰੇ ਉਹ ਗੱਲ ਕਰਦਾ ਹੈ। He considers it a piece of art and declare it an immortal work। ਕਹਿੰਦਾ ਉਹ ਕਹਿੰਦਾ ਇਹ ਇੱਕ ਪੀਸ ਆਫ ਆਰਟ ਹੈ, ਗ੍ਰੇਸ਼ੀਅਨ अर्न ਤੇ ਇੰਨੀਆਂ ਪਿਕਚਰਸ ਬਣਾ ਲੈਣੀਆਂ। ਠੀਕ ਹੈ, ਇੱਕ ਆਰਟਿਸਟ ਨੇ ਇੰਨੀਆਂ ਪਿਕਚਰ ਬਣਾਈਆਂ ਹੋਈਆਂ ਤੇ ਇਹ ਇੱਕ ਇਮੋਰਟਲ ਪੀਸ ਹੋ ਜਾਂਦਾ। ਇਮੋਰਟਲ ਪੀਸ ਹੋ ਜਾਂਦਾ, ਇਸ ਤਰ੍ਹਾਂ ਦਾ ਦੁਆਰਾ ਬਣੇਗਾ ਹੀ ਨਹੀਂ। ਕਹਿੰਦਾ ਆਪਣੇ ਆਪ ਚ ਇੱਕ ਪੀਸ ਹੈ, ਆਪਣੇ ਆਪ ਚ ਯੂਨੀਕ ਪੀਸ ਹੈ। ਨਾਓ ਕਮ ਟੂ ਦ ਸਮਰੀ ਆਫ ਦ ਸਟੋਰੀ। This poem is very lengthy, that's why from this poem you will get the summary of the poem, you will get the summary of the poem as well as central idea of the poem। लंबा क्वेश्चन आएगा ਇਹਦੇ ਚੋਂ, full length poem है। Now summary of the poem is, in the opening lines the poet stands for an ancient Grecian urn and addresses it। addresses it में ਉਹਨਾਂ ਗੱਲ ਕਰਦਾ ਪਿਆ। ਇੱਕ ਜਿਹੜਾ ਮੈਂ ਤੁਹਾਨੂੰ ਅੱਗੇ ਵੀ ਦੱਸਦੀ ਹੁੰਦੀ ਆ, ਉਸ ਦਿਨ ਮੈਂ YouTube ਤੇ ਵੀ ਜਿਹੜੀ ਲੈਕਚਰ ਹੋਈ ਉਹ ਚ ਮੈਂ ਇਹ ਗੱਲ ਕੀਤੀ ਆ, ਇੱਕ ਜਿਹੜਾ ਪੋਇਟ ਹੈ ਨਾ, ਉਹਦੀ ਇਮੇਜਿਨੇਸ਼ਨ ਦੂਰ 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 ਦੂਰ, ਜਿੱਥੇ ਅਸੀਂ ਸੋਚ ਨਹੀਂ ਸਕਦੇ ਉੱਥੇ ਤੱਕ ਜਾਂਦੀ ਹੈ। ਆਪਣੀ ਤਾਂ ਸਿਰਫ ਇੱਥੇ ਤੱਕ ਜਾਂਦੀ ਹੈ ਕਿ ਇੱਕ ਫਲਾਵਰ ਹੈ, ਬਿਊਟੀਫੁਲ ਹੈ, ਇੱਕ ਮੂਨ ਹੈ, ਉਹ ਚਮਕਦਾ ਹੈ, ਬਿਊਟੀਫੁਲ ਹੈ, ਠੰਡਾ ਹੈ, ਵਾਈਟ ਹੈ। ਉਹਦੀ ਇਮੇਜਿਨੇਸ਼ਨ ਇੰਨੀ ਦੂਰ ਤੱਕ ਜਾਂਦੀ, ਅਸੀਂ ਨਹੀਂ ਸੋਚ ਸਕਦੇ, ਉਹਦੀ ਥਾਟ ਤੱਕ ਅਸੀਂ ਨਹੀਂ ਜਾ ਸਕਦੇ। ਦੈਟਸ ਵਾਈ ਤੁਸੀਂ ਦੇਖਦੇ ਆ ਆਪਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹ ਪੋਇਟਰੀ ਦੀ ਸ਼ੇਪ 'ਚ ਹੈ। ਠੀਕ ਹੈ, ਸਦੀਆਂ ਹੋ ਗਈਆਂ ਲੋਕੀ ਉੱਤੇ ਰਿਸਰਚ ਕਰ ਰਹੇ ਆ। ਇੱਕ ਸਭ ਤੋਂ ਪਹਿਲਾ ਚੈਪਟਰ ਜਪਜੀ ਸਾਹਿਬ, ਉੱਤੇ ਰਿਸਰਚ ਹੋ ਰਹੀ ਹੈ। ਨੈਕਸਟ ਉੱਤੇ ਰਿਸਰਚ ਹੋ ਰਹੀ ਹੈ। ਉਹ ਡਿਫਰੈਂਟ ਲੋਕੀ ਉਹਨੂੰ ਰਿਸਰਚ ਕਰ ਰਹੇ, ਕਿਉਂਕਿ ਇੱਕ ਜਿਹੜਾ ਪੋਇਟ ਹੈ, ਆਪਾਂ ਦੇਖੋ 10 ਗੁਰੂਆਂ ਨਾਲ ਲਿਖੀ ਹੋਈ ਹੈ, ਉਹ ਜਿਹੜਾ ਆਪਾਂ ਹੁਣ ਗੁਰੂ ਜੀ ਨੂੰ ਆਪਾਂ ਪੋਇਟ ਕਹਿ ਰਹੇ ਹਾਂ, ਪੋਇਟ ਹੈ ਜਿਹੜਾ, ਉਹ ਡਿਫਰੈਂਟ ਤਰ੍ਹਾਂ ਨਾਲ ਸੋਚਦਾ ਹੈ। ਅਸੀਂ ਉਹਦੀ ਟ੍ਰਾਂਸਲੇਸ਼ਨ ਡਿਫਰੈਂਟ ਤਰ੍ਹਾਂ ਨਾਲ ਕਰਦੇ ਹਾਂ।
फिर ਜਿਹੜਾ ਹੋਰ ਬੰਦਾ ਆਏਗਾ ਉਹ ਡਿਫਰੈਂਟ ਤਰ੍ਹਾਂ ਨਾਲ ਸੋਚੇਗਾ, ਉਹ ਟ੍ਰਾਂਸਲੇਸ਼ਨ ਡਿਫਰੈਂਟ ਤਰ੍ਹਾਂ ਨਾਲ ਕਰੇਗਾ। ਸੋ ਇੱਕ ਪੋਇਟ ਦੀ ਸੋਚ ਤੱਕ ਪਹੁੰਚਣਾ ਨਾਮੁਮਕਿਨ ਹੁੰਦਾ ਹੈ, ਠੀਕ ਹੈ, ਅਸੀਂ ਸੋਚ ਹੀ ਨਹੀਂ ਸਕਦੇ। ਸੋ ਕਹਿੰਦਾ ਗ੍ਰੇਸ਼ਨ ਅਰਨ ਪਿਆ ਉਹਦੇ ਮੂਹਰੇ, ਉਹ ਗੜਵੀ ਪਈ ਹੈ ਤੇ ਉਹਨੂੰ ਐਡਰੈਸ ਕਰ ਰਿਹਾ, ਉਹਨੂੰ ਐਡਰੈਸ ਕਰਕੇ ਉਹਦੇ ਨਾਲ ਗੱਲ ਕਰ ਰਿਹਾ। ਹੀ ਕੰਪੇਅਰਸ ਦਾ ਅਰਨ ਵਿਦ ਅ ਬਿਊਟੀਫੁਲ ਬ੍ਰਾਈਡ। ਦੇਖੋ ਇਹਦਾ ਸੋਚ ਸਕਦੇ ਆਪਾਂ, ਉਹਨੂੰ ਕਹਿੰਦਾ ਇਹ ਇੱਕ ਦੁਲਹਨ ਵਰਗਾ ਲੱਗਦਾ ਹੈ। The urn is as quiet as the bride is. Bride wanga chup hai while going to her groom's house. Then the poet calls the urn as a young child of silence. ਪਹਿਲਾਂ ਉਹਨੂੰ ਕਹਿੰਦਾ bride ਵਰਗਾ ਹੈ, ਫਿਰ ਉਹਨੂੰ ਕਹਿੰਦਾ young child ਵਰਗਾ ਹੈ, ਠੀਕ ਹੈ। And slowly moving time. The existence of the urn has been unbroken for many years. ਕਿਸੇ ਨੇ ਉਹਦੀ ਜਿਹੜੀ ਐਗਜ਼ਿਸਟੈਂਸ ਹੈ ਉਹਨੂੰ ਚੈਲੰਜ ਨਹੀਂ ਕੀਤਾ, ਕਿਸੇ ਨੇ ਨਹੀਂ ਉਹਦੀ ਬਿਊਟੀ ਨੂੰ ਸਲਾਇਆ, ਠੀਕ ਹੈ, ਅਰਨ ਦੀ ਬਿਊਟੀ ਨੂੰ। The urn is a Sevalvan historian that tells its story through its beauty. ਕਹਿੰਦਾ there are so many beautiful images of gods and human beings. ਉਸ urn ਤੇ ਇੰਨੀਆਂ ਸੋਹਣੀਆਂ ਪਿਕਚਰਸ ਬਣੀਆਂ ਹੋਈਆਂ, ਪੇਂਟਿੰਗਸ ਬਣੀਆਂ ਹੋਈਆਂ। The poet asks whether the figures and images sculptured on the urn represents God or men or both of them. ਕਹਿੰਦਾ God ਹੈ ਇਹ ਸਾਰੇ ਜਿਹੜੇ ਬਣੇ ਹੋਏ ਉੱਪਰ urn ਦੇ, ਜਾਂ ਕਹਿੰਦਾ ਆਮ ਆਦਮੀ ਬਣਿਆ ਹੋਇਆ ਹੈ। He wants to know whether they are from Temper or Arcadia. ਮਤਲਬ ਉਹ ਕਿੱਥੋਂ ਦੇ ਬੰਦੇ ਆ, ਆਮ ਮਨੁੱਖ ਦੇ ਰਹਿਣ ਵਾਲੇ। ਅਰਕੇਡੀਆ ਮੀਨਸ ਕਿਸੇ ਹੈਵਨਲੀ ਜਿਵੇਂ ਟਾਈਪ ਹੁੰਦੇ, ਜਿਵੇਂ ਸਵਰਗ ਟਾਈਪ, ਏਦਾਂ ਦੇ ਕਹਿੰਦਾ ਚੀਜ਼ਾਂ ਹੈ, ਏਦਾਂ ਦੇ ਲੋਕ ਰਹਿਣ ਵਾਲੇ। Further the poet praises the piper. ਪਾਈਪਰ ਹੁੰਦਾ ਪਾਈਪ ਵਜਾਉਣ ਵਾਲਾ, ਉਹ ਉੱਥੇ ਉਹਦੀ ਪੇਂਟਿੰਗ ਹੋਈ ਹੈ, ਉਹਦੇ ਬਾਰੇ ਗੱਲ ਕਰਦਾ ਪਿਆ। Further the poet praises the piper who, ਪਹਿਲਾਂ ਤਾਂ ਟ੍ਰਾਂਸਲੇਸ਼ਨ ਸੁਣ ਲਓ, ਬਾਅਦ ਚ ਮੈਂ ਸਿੰਪਲ ਲੈਂਗੁਏਜ ਤੁਹਾਨੂੰ ਦੱਸ ਦੂੰਗੀ। The poet praises the piper whose songs are sweeter than mortal melodies because it is unaffected by time. ਕਹਿੰਦਾ ਇੱਕ ਪਾਈਪਰ ਬਣਿਆ ਹੋਇਆ ਉੱਥੇ, ਬਾਜਾ ਵਜਾਉਂਦਾ ਇੱਕ ਬੰਦਾ, ਉਹ ਕਹਿੰਦਾ ਉਹ ਮੋਰਟਲ ਹੈ, ਵੈਸੇ ਮੋਰਟਲ ਮੀਨਸ ਮਰ ਸਕਦਾ ਹੈ, ਪਰ ਉਹ ਮਰਿਆ ਨਹੀਂ। ਕਿਉਂ? ਤੁਸੀਂ ਸੋਚੋ, ਕਿਉਂਕਿ ਉੱਥੇ ਉਹਨੇ ਖੁਦਾਈ ਕਰਤੀ, ਉਹਦੇ ਉੱਪਰ ਅਰਨ ਦੇ ਉੱਪਰ ਉਹਨੇ ਪੇਂਟਿੰਗ ਕਰਤੀ, ਚਾਹੇ ਖੋਦ ਕੇ ਕੀਤੀ ਚਾਹੇ ਪੇਂਟਿੰਗ ਕੀਤੀ, ਉਹ ਹਮੇਸ਼ਾ ਲਈ ਉੱਥੇ ਹੀ ਰਹਿ ਗਿਆ। ਤੇ ਜਿਹੜਾ ਵੀ ਬੰਦਾ ਦਿਖਦਾ ਉਹ ਕਹਿੰਦਾ ਹਾਂ ਇਹ ਪਾਈਪਰ ਹੈ, ਜਿਹੜਾ ਵੀ ਬੰਦਾ ਦਿਖਦਾ ਹਾਂ ਇਹ ਪਾਈਪਰ ਹੈ। ਅਗਰ ਉਹ ਵੈਸੇ ਦੁਨੀਆ 'ਚ ਕੋਈ ਖੜਾ ਕੀਤਾ ਹੋਇਆ ਬੰਦਾ ਹੁੰਦਾ ਕਿਸੇ ਜਗ੍ਹਾ ਤੇ, ਤਾਂ ਉਹ ਬੰਦਾ ਹਿੱਲ ਸਕਦਾ ਸੀ, ਪਰੇ ਜਾ ਸਕਦਾ ਸੀ, ਆਪਾਂ ਉਹਨੂੰ ਕਹਿ ਸਕਦੇ ਸੀ ਇੱਥੇ ਹੁੰਦਾ ਸੀ, ਪਰ ਕਹਿੰਦਾ ਇਹ ਹਮੇਸ਼ਾ ਹੀ ਉੱਥੇ ਹੈ। ਹੁਣ ਸਿੰਪਲ ਲੈਂਗੁਏਜ ਕਹੀਏ ਤਾਂ ਦੱਸੋ, ਇੱਕ ਪੇਂਟਿੰਗ ਹੋਈ ਆ, ਉਹਨੇ ਉੱਥੇ ਰਹਿਣਾ। ਇੱਕ ਅਰਨ ਤੇ ਪੇਂਟਿੰਗ ਹੋਈ ਆ ਇੱਕ ਪਾਈਪਰ ਦੀ, ਉਹਨੇ ਪਾਈਪਰ ਨੇ ਸਾਡੀ ਲੈਂਗੁਏਜ 'ਚ ਉਹਨੇ ਉੱਥੇ ਰਹਿਣਾ। ਔਰ ਪੋਇਟ ਹੈ, ਉਹ ਪਤਾ ਨਹੀਂ ਕਿੱਥੋਂ ਤੱਕ ਸੋਚਦਾ ਆ। The Piper's songs will be forever new. ਜਿਹੜਾ ਬੰਦਾ ਵੀ ਆਉਂਦਾ ਆ ਉਹੀ ਕਹਿੰਦਾ ਹੈ ਇਹ ਨਿਊ ਹੈ। ਅੱਛਾ, ਮੈਂ ਇੱਕ ਐਗਜ਼ਾਮਪਲ ਦਿੰਦੀ ਹੁੰਦੀ ਹਾਂ ਇਸ ਪੋਇਮ 'ਚ। ਜਿਵੇਂ ਆਪਾਂ ਸਪੋਜ਼ ਆਪਾਂ ਦਰਬਾਰ ਸਾਹਿਬ ਜਾਂਦੇ, ਗੋਲਡਨ ਟੈਂਪਲ ਜਾਂਦੇ, ਉੱਥੇ ਬੜੀਆਂ ਸੋਹਣੀਆਂ ਉਹਨਾਂ ਨੇ ਡਰਾ ਕੀਤੀਆਂ ਹੋਈਆਂ, ਉਹਨਾਂ 'ਚ ਗ੍ਰੀਨ ਟੱਚ ਵੀ ਆ, ਉਸ ਜਿਹੜੇ ਕਲਰਫੁਲ ਫਲਾਵਰਸ ਹੈ, ਕਲਰਫੁਲ ਪੇਂਟਿੰਗ ਟਾਈਪ ਕੀਤੇ ਹੋਏ ਆ। ਤੇ ਜਿਹੜਾ ਵੀ ਬੰਦਾ ਉੱਥੇ ਜਾਂਦਾ ਹੈ ਨਾ, ਜਿਹੜਾ ਵੀ ਬੰਦਾ ਜਾਂਦਾ ਉਹਦੇ ਲਈ ਉਹ ਨਿਊ ਆ, ਉਹਦੀ ਪ੍ਰੇਜ਼ ਕਰਦਾ ਹੈ। ਸਪੋਜ਼ ਮੇਰੇ ਪੇਰੈਂਟਸ ਵੀ ਗਏ ਹੋਣਗੇ, ਉਹਨਾਂ ਨੇ ਵੀ ਪ੍ਰੇਜ਼ ਕੀਤੀ, ਉਹਨਾਂ ਨੇ ਵੀ ਉਹਨੂੰ ਕਿਹਾ ਵੀ ਨਿਊ ਹੈ, ਬਿਊਟੀਫੁਲ ਹੈ। ਮੈਂ ਗਈ, ਮੈਂ ਵੀ ਪ੍ਰੇਜ਼ ਕੀਤੀ, ਮੇਰੇ ਲਈ ਵੀ ਬਿਊਟੀਫੁਲ, ਬਹੁਤ ਸੋਹਣੇ, ਤੇ ਮੇਰੇ ਅੱਗੇ ਬੱਚਿਆਂ ਲਈ ਵੀ। ਇਹਦਾ ਮਤਲਬ ਉਹ ਕੀ ਹੋ ਗਈ, ਉਹ ਪੇਂਟਿੰਗ ਉਹ ਕੀ ਹੋ ਗਈ, ਇਮੋਰਟਲ। ਉਹ ਨਹੀਂ ਹਿੱਲੀ, ਅਸੀਂ ਸਾਡੀ ਜਨਰੇਸ਼ਨ ਅੱਗੇ ਜਾਈ ਜਾਂਦੀ ਹੈ, ਠੀਕ ਹੈ, ਬਟ ਉਹ ਉੱਥੇ ਦਾ ਉੱਥੇ ਹੀ। ਇਸੇ ਤਰ੍ਹਾਂ ਇਹ ਹੈ, ਇਹ ਗੱਲ ਹੁਣ ਸਮਝ ਲੱਗੀ ਹੁਣ। ਇਸੇ ਤਰ੍ਹਾਂ ਇਹ ਹੈ, ਅਰਨ ਤੇ ਪਿਕਚਰਸ ਹੈ ਬਣਾਈਆਂ ਹੋਈਆਂ, ਉਹ ਤਾਂ ਉੱਥੇ ਹੀ ਰਹਿਣੀ ਹੈ, ਸਾਡੀ ਲੈਂਗੁਏਜ ਤਾਂ ਉੱਥੇ ਹੀ ਰਹਿਣੀ ਹੈ। ਪਰ ਜਿਹੜਾ ਪੋਇਟ ਹੈ ਉਹ ਇੰਨੀ ਅੱਛੀ ਤਰ੍ਹਾਂ ਉਹਨੂੰ ਡਿਸਕ੍ਰਾਈਬ ਕਰ ਰਿਹਾ ਕਿ ਉਹ ਮਤਲਬ ਸਾਡੇ ਲਈ ਡਿਫਿਕਲਟੀ ਕ੍ਰੀਏਟ ਕਰ ਰਿਹਾ, ਤਾਂ ਉਹ ਵੈਸੇ ਉਹ ਸ਼ੋਅ ਦੀ ਬਿਊਟੀ ਕਰ ਰਿਹਾ ਕਿ ਇੰਨਾ ਬਿਊਟੀਫੁਲ ਹੈ ਇਹ। ਇਹਦਾ ਵਰਲਡ ਜਿਹੜਾ ਬਣਾਇਆ ਹੋਇਆ, ਪੂਰਾ ਵਰਲਡ ਹੈ, ਪੂਰੀ ਦੁਨੀਆ ਖਿੱਚ ਕੇ ਬਣਾ ਦਿੱਤੀ ਹੈ, ਕਹਿੰਦਾ ਉਹ ਬਹੁਤ ਸੋਹਣੀ ਬਣਾਈ ਹੈ। The trees carved on the urn are not going to shed their leaves ever. ਹੁਣ ਜਿਹੜੇ ਟਰੀਜ਼ ਹੈ ਉਹਨਾਂ ਨੇ ਆਪਣੇ ਪੱਤੇ ਥੋੜੀ ਗਿਰਾਣੇ ਆ, ਉਹਨਾਂ ਦੇ ਪੱਤਝੜ ਥੋੜੀ ਆਣੇ। ਸੋ ਕਹਿੰਦਾ ਇਹ ਵੀ ਮੋਰਟਲ, ਇਹ ਵੀ ਨਹੀਂ ਮਰਨੇ। ਇਹਦਾ ਮਤਲਬ ਜਿਹੜੀ ਚੀਜ਼ ਉਹਦੇ ਉੱਪਰ ਡਰਾ ਕੀਤੀ ਹੈ ਉਹ ਹਮੇਸ਼ਾ ਲਈ ਰਹਿਣ ਵਾਲੀ ਹੈ, ਤਾਂ ਸਾਨੂੰ ਪਤਾ ਹੀ ਹੈ, ਠੀਕ ਹੈ। There is also an image of lovers who love his beloved. ਹੁਣ ਲਵਰਸ ਵੀ ਹੈਗੇ ਆ,
ਵੈਸੇ ਤਾਂ ਦੋ ਲਵਰਸ ਹੋਣ ਤੇ ਉਸ ਉਹਨਾਂ ਦਾ ਪਿਆਰ ਸਕਸੈਸਫੁਲ ਵੀ ਹੋ ਸਕਦਾ, ਨਹੀਂ ਵੀ ਹੋ ਸਕਦਾ, ਪਰ ਕਹਿੰਦਾ ਇੱਥੇ ਜਿਹੜੀ ਪਿਕਚਰ ਬਣ ਗਈ ਹੈ ਲਵਰਸ ਦੀ ਉਹ ਸਕਸੈਸਫੁਲ ਹੈ, ਕਿਉਂਕਿ ਉਹਨਾਂ ਨੂੰ ਤਾਂ ਹਿੱਲਣਾ ਹੀ ਨਹੀਂ, ਉੱਥੇ ਰਹਿਣਾ, ਉਹੀ ਪਿਕਚਰਸ ਵਿੱਚ ਰਹਿਣਾ। ਇਹਦਾ ਮਤਲਬ ਉਹਨਾਂ ਦਾ ਜਿਹੜਾ ਉਹਨਾਂ ਦਾ ਲਵ ਹੈ ਉਹ ਇਮੋਰਟਲ ਵਰਡ 'ਚ ਚਲੇ ਗਿਆ, ਨਹੀਂ ਮਰਨਾ। ਠੀਕ ਹੈ, the lovers will be ever young and adorable, ਰਹਿਣਾ ਵੀ ਉਹਨਾਂ ਨੇ ਉਦਾਂ ਦੀ, ਸਭ ਨੇ ਆ ਕੇ ਦੇਖਣਾ ਹਾਂ ਕਿੰਨੇ ਸੋਹਣੇ ਆ, ਹਨਾ। the beloved will never fade and the lover will always love his beloved, ਹਮੇਸ਼ਾ ਸਾਨੂੰ ਉਹ ਲਵਫੁਲ ਕੰਡੀਸ਼ਨ 'ਚ ਹੀ ਮਿਲਣਗੇ, ਸਾਨੂੰ ਇਹ ਨਹੀਂ ਲੱਗਣਗੇ ਕਿ ਇਹ ਜਿੱਦਾਂ ਆਪਾਂ ਦੁਨੀਆ 'ਚ ਦੇਖਦੇ ਹਾਂ ਕਿ ਪਿਆਰ ਹੁੰਦਾ ਖਤਮ ਹੋ ਜਾਂਦਾ, ਲੜਾਈ ਹੋ ਜਾਂਦੀ, ਅਲੱਗ ਹੋ ਜਾਂਦੀ, ਏਦਾਂ ਕਹਿੰਦਾ ਕੁਛ ਨਹੀਂ ਹੋਣਾ ਇਹਨਾਂ ਦਾ, ਇਹ ਇਮੋਰਟਲ ਹੈ। love will last forever unlike mortal love, mortal love ਅੱਜ ਕੱਲ ਦੀ ਦੁਨੀਆ ਵਾਲਾ ਪਿਆਰ ਕਹਿੰਦਾ ਨਹੀਂ ਹੈ ਉਹ, which lapses into breathing human passion, breathing human passion means ਉਹ ਧੜਕਦਾ ਤੇ ਬੰਦ ਹੋ ਜਾਂਦਾ, ਇੱਕ ਸਾਹ ਨਾਲ ਸਾਨੂੰ ਹੁੰਦਾ ਆ ਕਿ ਇਹ ਚੱਲੇਗਾ ਵੀ ਅੱਗੇ, ਇਹ ਸਾਡੇ ਜਿਹੜਾ ਰਿਲੇਸ਼ਨ ਹੈ ਅੱਗੇ ਚੱਲੇਗਾ ਵੀ, and eventually vanishes leaving behind only heated forehead, ਕਹਿੰਦਾ ਫਿਰ ਖਤਮ ਹੋ ਜਾਂਦਾ ਕਈ ਵਾਰੀ heated forehead ਨਾ, ਜਦੋਂ ਅਸੀਂ ਗੁੱਸੇ 'ਚ ਆ ਜਾਂਦੇ ਹਾਂ, and dry tongue ਹੁੰਦੇ ਚੁੱਪ ਕਰ ਦਿੰਦੇ, ਉਸ ਤੋਂ ਬਾਅਦ ਲੜ ਪਏ, ਉਸ ਤੋਂ ਬਾਅਦ ਚੁੱਪ, ਸਾਡਾ ਰਿਲੇਸ਼ਨ ਖਤਮ। ਸੋ ਕਹਿੰਦਾ ਏਦਾਂ ਦਾ ਰਿਲੇਸ਼ਨ ਨਹੀਂ, ਜਿਹੜਾ ਅਰਨ ਤੇ ਬਣਿਆ ਹੋਇਆ ਲਵਰਸ ਹੈ ਪੇਂਟ ਕੀਤੇ ਹੋਏ, ਉਹ ਏਦਾਂ ਦੇ ਲਵਰਸ ਨਹੀਂ ਹੈ। ਜਿੰਨੀਆਂ ਜਨਰੇਸ਼ਨ ਆਉਣਗੀਆਂ ਸਾਰਿਆਂ ਨੂੰ ਆ ਕੇ ਕਹਿਣਗੇ ਇਹ ਕਿੰਨੇ ਪਿਆਰ ਨਾਲ ਬਣਾਏ ਹੋਏ ਆ ਦੋਨੋਂ ਜਣੇ। then the poet observes a group of people going, ਦੇਖੋ ਹੁਣ ਕਿੰਨੀਆਂ ਚੀਜ਼ਾਂ ਉਹਨੇ ਕਰ ਦਿੱਤੀਆਂ ਨਾ ਇੱਥੇ, ਪਹਿਲਾਂ ਉਹਨੇ ਲਵਰਸ ਦੀ ਗੱਲ ਕੀਤੀ ਆ, ਉਸ ਤੋਂ ਉੱਪਰ ਉਹਨੇ ਟਰੀ ਦੀ ਗੱਲ ਕੀਤੀ ਆ, ਉਸ ਤੋਂ ਉੱਪਰ ਮੈਲੋਡੀਜ਼ ਦੀ ਗੱਲ ਕੀਤੀ ਹੈ। ਠੀਕ ਹੈ, ਹੁਣ ਆ ਗਿਆ ਉਹ ਕਹਿੰਦਾ group of people, the poet observes a group of people going to sacrifice a heifer laden with garlands, the engraving on the urn has a town water nearby, ਇੱਕ ਨਾ ਪੂਰਾ ਪਿੰਡ ਹੀ ਬਣਾਇਆ ਹੋਇਆ ਉਹਨੇ ਉਹਦੇ urn ਤੇ। the poet thinks that the city is empty and it will be peaceful forever, ਉਹਨੂੰ ਲੱਗਦਾ ਕਿ ਸਿਟੀ ਤਾਂ ਬਣਾਈ ਹੋਈ ਹੈ ਪਰ ਉਹਦੇ ਵਿੱਚ ਬੰਦਾ ਨਹੀਂ ਕੋਈ ਦਿਖਾਇਆ ਹੋਇਆ। those people who have left it will never return, ਇੱਕ ਏਦਾਂ ਦਾ ਪਿੰਡ ਉਹਨੇ ਉਹਦੇ ਵਿੱਚ ਕਾਰਵ ਕੀਤਾ ਹੋਇਆ, ਕਾਰਵ ਹੁੰਦਾ ਖੁਦਾ ਕੇ ਪੇਂਟ ਕਰਨਾ, ਜੇ ਸਿੰਪਲ ਪੇਂਟਿੰਗ ਵੀ ਹੋ ਸਕਦੀ ਹੈ। ਕਹਿੰਦਾ ਉਹਨੇ ਇੱਕ ਪਿੰਡ ਸ਼ੋਅ ਕੀਤਾ ਪਰ ਉੱਥੇ ਕੋਈ ਬੰਦਾ ਨਹੀਂ ਦਿਖਾਇਆ, ਇਹਦਾ ਮਤਲਬ ਸਾਰੇ ਕਹਿੰਦਾ ਬੰਦੇ ਉਹ ਚਲੇ ਗਏ ਆ ਤੇ ਉੱਥੇ ਵਾਪਸ ਨਹੀਂ ਆਉਣਾ, ਮਤਲਬ ਖਾਲੀ ਪਿੰਡ, ਉਜਾੜ ਦਿਖਾਇਆ, ਕਹਿਣ ਦਾ ਮਤਲਬ। Keats concludes the poem with the message that urn will remain as it is when the present generation of men will be long dead and gone, ਇਹ ਮੈਂ ਤੁਹਾਨੂੰ ਐਗਜ਼ਾਮਪਲ ਦੇਤੀ ਹੈ। ਆਪਾਂ ਮਰ ਜਾਂਦੇ ਆ, ਚੀਜ਼ਾਂ ਉੱਥੇ ਨਹੀਂ ਉੱਥੇ ਰਹਿ ਜਾਂਦੀਆਂ, ਇਹ ਗੱਲ ਫੋਲੋ ਕਰਦੇ ਨਾ, ਏਡੇ ਵੱਡੇ ਤੁਸੀਂ ਹੋ ਗਏ, ਆਪਾਂ ਮਰ ਜਾਂਦੇ ਆ, ਚੀਜ਼ਾਂ ਉੱਥੇ ਕੀ ਉੱਥੇ ਰਹਿ ਜਾਂਦੀਆਂ। ਇਹਦਾ ਮਤਲਬ ਜਿਹੜਾ ਨਵਾਂ ਬੰਦਾ, ਸਪੋਜ਼ ਆਪਣੇ ਹਿਸਟੋਰੀਕਲ ਚੀਜ਼ਾਂ ਆ, ਸਪੋਜ਼ ਆਪਣਾ ਤਾਜ ਮਹਿਲ ਹੈ, ਆਪਾਂ ਪਹਿਲਾਂ ਐਗਜ਼ਾਮਪਲ ਦਿੱਤੀ ਮੈਂ ਰਿਲੀਜੀਅਸ ਪਲੇਸ, ਤਾਜ ਮਹਿਲ ਹੈ, ਤਾਜ ਮਹਿਲ ਸਾਡੇ ਤੋਂ ਪਹਿਲਾਂ ਜਨਰੇਸ਼ਨ ਨੇ ਵੀ ਦੇਖਿਆ, ਅਸੀਂ ਵੀ ਦੇਖਿਆ, ਸਾਡੇ ਬੱਚਿਆਂ ਨੇ ਵੀ ਦੇਖਿਆ, ਬੱਚਿਆਂ ਦੇ ਬੱਚੇ ਵੀ ਦੇਖ, ਤਾਜ ਮਹਿਲ ਉੱਥੇ ਰਹਿਣਾ ਹੈ। ਠੀਕ ਹੈ, ਅਸੀਂ ਆਪਣੇ ਹਿਸਾਬ ਨਾਲ ਉਹਨੂੰ ਇੰਜੋਏ ਕਰਦੇ ਹਾਂ ਜਾ ਕੇ, ਅਸੀਂ ਆਪਣੇ ਹਿਸਾਬ ਨਾਲ ਪੀਸਫੁਲ ਐਟਮੋਸਫੀਅਰ ਅੱਛਾ ਲੱਗਦਾ ਸਾਨੂੰ, ਕਈਆਂ ਨੂੰ ਉਹਦੀ ਕਾਰਵਿੰਗ ਅੱਛੀ ਲੱਗਦੀ ਹੈ, ਕਈਆਂ ਨੂੰ ਉਹਦੀ ਵਾਈਟ ਮਾਰਬਲ ਅੱਛਾ ਲੱਗਦਾ ਹੈ, ਅਕੋਰਡਿੰਗ ਟੂ ਯੋਰ ਟੇਸਟ, ਤੁਹਾਡਾ ਟੇਸਟ ਕਿਸ ਤਰ੍ਹਾਂ ਦਾ, ਉਸ ਹਿਸਾਬ ਨਾਲ ਤੁਹਾਨੂੰ ਚੀਜ਼ ਅੱਛੀ ਲੱਗਦੀ ਹੈ। ਠੀਕ ਹੈ ਨਾ, ਕੋਈ ਗਾਣਾ ਆ, ਕੋਈ ਫਿਲਮ ਹੈ, ਤੁਹਾਡਾ ਟੇਸਟ ਕਿਸ ਤਰ੍ਹਾਂ ਦਾ ਉਹਦੇ ਹਿਸਾਬ ਨਾਲ ਅੱਛੀ ਲੱਗਦੀ। ਦੋ ਪੀਪਲ ਕਦੀ ਸੇਮ ਗੱਲ ਨਹੀਂ ਬੋਲਣਗੇ ਕਿ ਮੈਨੂੰ ਇਹ ਗੱਲ ਅੱਛੀ ਲੱਗੀ ਹੈ, ਤੁਹਾਡੇ ਵਾਂਗਾ ਅੱਛੀ ਲੱਗੀ ਹੈ, ਬਹੁਤ ਘੱਟ ਹੁੰਦਾ ਇਸ ਚ। तो कहता कंक्लूड करता है कि जिहड़े अर्न ते बणियां होईयां पेंटिंग्स है वो तो उत्थे दी उत्थे रहने, असी कहंदा मॉर्टल है, असी कहंदा डेड हो जाना, असी चले जाना, will be long dead and gone. The urn will give us the supreme moral that beauty is truth and truth beauty. कहना की चाहुंदा पूरी पोएम च इन्ने सानू एग्जांपल दे के की दसना चाहुंदा कि जिहड़ी ब्यूटी हुंदी है वो उत्थे रहिंदी है। जिद्दां ताजमहल दी गल कीती है, ताजमहल एक ब्यूटीफुल चीज है, वो उत्थे रहनी है। एंड ट्रुथ, ब्यूटी इज ट्रुथ, कहता यही सच्चाई है। एंड जिहड़ी उस सच्चाई हुंदी है ਉਹਦੇ ਵਿੱਚ ਹੀ ब्यूटी हुंदी है, ਉਹਨੂੰ ਕੁਝ ਝੁਠਲਾ ਨਹੀਂ ਸਕਦਾ। ਕੋਈ ਕਵੇ ਵੀ ਨਹੀਂ ਤਾਜਮਹਿਲ ਕਾਲਾ ਹੈ, ਮੈਨੂੰ ਤਾਂ ਸੋਹਣਾ ਨਹੀਂ ਲੱਗਦਾ, ਉਹਦੇ ਉਹਨੇ ਕਹਿਣਾ ਉਹ ਸੋਹਣਾ ਨਹੀਂ ਹੋ ਸਕਦਾ। ਠੀਕ ਹੈ, ਉਹਨੇ ਸੋਹਣਾ ਹੀ ਰਹਿਣਾ ਹੈ। ਇਟ ਇਜ਼ ਰੀਅਲੀ ਆਲ ਦਾ ਨੌਲੇਜ ਦੈਟ ਅ ਮੈਨ ਮਸਟ ਅੰਡਰਸਟੈਂਡ, ਕਹਿੰਦਾ ਇਹ ਪੂਰੀ ਨੌਲੇਜਫੁਲ ਚੀਜ਼ ਹੈ ਜਿਹੜੀ ਇਹ ਚੀਜ਼ ਬੰਦੇ ਨੂੰ ਪਤਾ ਹੋਣੀ ਚਾਹੀਦੀ ਹੈ। ਸੋ ਬੇਟੇ ਇੰਨੇ ਕੁ ਵੱਡੇ ਹੋ ਜਾਓ ਤੁਸੀਂ, ਇੰਨੇ ਕੀ ਗੱਲ ਸਮਝ ਲਓ, ਇੱਕ ਗ੍ਰੇਸ਼ੀਅਨ ਅਰਨ ਹੈ, ਇੱਕ ਮਟਕਾ ਹੈ, ਉੱਤੇ ਬਹੁਤ ਤਰ੍ਹਾਂ ਦੇ ਪੇਂਟਿੰਗ ਕੀਤੀਆਂ ਗਈਆਂ ਆ। ਕਦੀ ਤਾਂ ਉਹ ਪੇਂਟਿੰਗ ਨੂੰ ਬਰਾਈਡ ਨਾਲ ਕੰਪੇਅਰ ਕਰਦਾ, ਕਦੀ ਚਾਈਲਡ ਨਾਲ ਕੰਪੇਅਰ ਕਰਦਾ, ਕਦੀ ਉਹਨੂੰ ਟਰੀ ਨਾਲ ਕੰਪੇਅਰ ਕਰਦਾ,
ਕਦੀ ਉਹਨੂੰ ਪਾਈਪਰ ਦੀ ਗੱਲ ਕਰਦਾ ਹੈ, ਉੱਤੇ ਪਾਈਪਰ ਬਣਿਆ ਹੋਇਆ, ਫਿਰ ਕਹਿੰਦਾ ਲਵਰਸ ਬਣੇ ਹੋਏ ਆ ਜਿਹੜੇ ਕਿ ਕਦੀ ਨਹੀਂ ਅਲੱਗ ਹੋ ਸਕਦੇ, ਜਿੱਦਾਂ ਕਹਿੰਦਾ ਦੁਨੀਆ 'ਚ ਅਲੱਗ ਹੋ ਜਾਂਦੇ, ਉੱਥੇ ਕਦੇ ਨਹੀਂ ਅਲੱਗ ਹੋ ਸਕਦੇ। ਜਿਹੜਾ ਟਰੀ ਬਣਿਆ ਹੋਇਆ ਉਹ ਗ੍ਰੀਨ ਦਾ ਗ੍ਰੀਨ ਹੀ ਰਹਿਣਾ, ਉਹਨੇ ਖਰਾਬ ਨਹੀਂ ਹੋਣਾ, ਠੀਕ ਹੈ। ਫਿਰ ਉਹ ਗੱਲ ਕਰਦਾ ਆ, ਉਸ ਤੋਂ ਬਾਅਦ ਕੀ ਹੋ ਜਾਂਦਾ, ਬਿਲਵਡ ਦੀ ਗੱਲ ਕਰਦਾ ਆ। ਉਸ ਤੋਂ ਬਾਅਦ ਇਹ ਵੀ ਗੱਲ ਕਰਦਾ ਆ ਕਿ ਜਿਹੜੇ ਇੱਥੇ ਦਾ ਪੈਸ਼ਨ ਹੁੰਦਾ ਹੈ, ਇੱਥੇ ਦਾ ਪਿਆਰ ਹੁੰਦਾ ਆ, ਉਹ ਬਰੀਦਿੰਗ ਟਾਈਪ ਤੇ ਹੁੰਦਾ। ਸਾਨੂੰ ਉਹ ਕਹਿੰਦਾ ਨਾ, ਇੱਕ ਸਾਹ ਆਵੇ ਇੱਕ ਨਾ ਆਵੇ, ਇੱਕ ਸਾਹ ਦੇ ਨਾਲ ਬੰਦਾ ਕਹਿੰਦਾ ਹਾਂ ਮੈਂ ਆਈ ਐਮ ਇਨ ਲਵ ਵਿਦ ਯੂ, ਦੂਸਰੀ ਵਾਰੀ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਤੇਰੇ ਨਾਲ ਪਿਆਰ ਕਰਦਾ, ਕੋਈ ਏਦਾਂ ਦਾ ਕਹਿੰਦਾ ਪਿਆਰ ਨਹੀਂ ਹੈ ਇਹ ਵਾਲਾ। ਦੈਨ ਪੋਇਟ ਫੇ ਕਹਿੰਦਾ ਇੱਕ ਪਿੰਡ ਹੈ, ਉਹ ਐਕਚੁਅਲੀ ਆਪਾਂ ਜੇ ਪੰਜਾਬੀ 'ਚ ਕਹੀਏ ਇੱਕ ਉਜੜਿਆ ਹੋਇਆ ਪਿੰਡ ਦੀ ਪਿਕਚਰ ਪੇਸ਼ ਕਰਦਾ ਹੈ, ਠੀਕ ਹੈ। ਫੇ ਕੀਟਸ ਕਨਕਲੂਡ ਕੀ ਕਰਦਾ, ਪੋਇਟ ਕਨਕਲੂਡ ਕੀ ਕਰਦਾ ਲਾਸਟ ਵਿੱਚ, ਕਿ ਬਿਊਟੀ ਉੱਥੇ ਦੀ ਉੱਥੇ ਰਹਿ ਜਾਂਦੀ ਹੈ, ਜਨਰੇਸ਼ਨ ਚਲੇ ਜਾਂਦੀ। ਸੋ ਇਹ ਸੱਚਾਈ ਉਹ ਦੱਸਣਾ ਚਾਹੁੰਦਾ ਸਾਨੂੰ ਐਡੀ ਵੱਡੀ ਪੋਇਮ ਲਿਖ ਕੇ। ਹੁਣ ਸੈਂਟਰਲ ਆਈਡੀਆ ਦਾ ਜਦੋਂ ਵੀ ਸੈਂਟਰਲ ਆਈਡੀਆ ਕਰਨਾ ਹੈ, ਮੈਂ ਕੀ ਕਹਿੰਦੀ ਹੁੰਦੀ ਹਾਂ, ਇੰਟਰੋਡਕਸ਼ਨ ਵੀ ਐਡ ਕਰਨੀ ਹੈ, ਸਮਰੀ ਆਫ ਦਾ ਪੋਇਮ ਵੀ ਐਡ ਕਰਨੀ ਹੈ, ਤੇ ਸੈਂਟਰਲ ਆਈਡੀਆ ਵੀ ਐਡ ਕਰਨਾ ਹੈ ਆਪਣੇ ਟੈਕਟਫੁਲਨੈਸ ਨਾਲ। ਤੁਸੀਂ ਆਪਣੇ ਹਿਸਾਬ ਨਾਲ ਚੱਲਣਾ ਕਿ ਮੈਂ ਕਿਸ ਤਰ੍ਹਾਂ ਕਰ ਸਕਦਾ, ਠੀਕ ਹੈ। ਸੁਣੋ ਸੈਂਟਰਲ ਆਈਡੀਆ। ਸੈਂਟਰਲ ਆਈਡੀਆ ਆਫ ਦਾ ਪੋਇਮ, ਆਰਟ ਪ੍ਰੋਵਾਈਡਸ ਕੰਫਰਟ ਐਂਡ ਪੀਸ। ਜਿਹੜੀ ਆਰਟ ਹੁੰਦੀ ਹੈ ਸਾਨੂੰ ਕੰਫਰਟ ਵੀ ਦਿੰਦੀ ਹੈ, ਸਾਨੂੰ ਪੀਸ ਵੀ, ਸ਼ਾਂਤੀ ਦਿੰਦੀ ਹੈ। ਤੁਸੀਂ ਜੇ ਕੋਈ ਬੱਚੇ ਸਕੈਚ ਕਰਦੇ ਬਹੁਤ ਵਧੀਆ, ਹੁਣ ਤਾਂ ਆਪਾਂ ਨੂੰ ਟਾਈਮ ਨਹੀਂ ਮਿਲਿਆ, ਬਹੁਤ ਅੱਛੇ ਬੱਚੇ ਸਕੈਚ ਕਰਦੇ। ਉਹ ਜਦੋਂ ਤੁਸੀਂ ਸਕੈਚ ਕਰਦੇ ਆ ਨਾ, ਤੁਹਾਡੀਆਂ ਜਿਹੜੀਆਂ ਰੋਂਗ ਫੀਲਿੰਗਸ ਹੁੰਦੀਆਂ, ਤੁਹਾਨੂੰ ਕੋਈ ਟੈਨਸ਼ਨ ਦੀ ਉਹ ਰਿਲੀਵ ਹੋ ਜਾਂਦੀ ਹੈ, ਉਹਨਾਂ ਤੁਸੀਂ ਰਿਲੈਕਸ ਫੀਲ ਕਰਦੇ। ਕਹਿੰਦਾ ਇਟ ਹੈਜ਼ ਅ ਮੋਰਲ ਫੰਕਸ਼ਨ। Keats believes that beauty is truth and truth beauty. ਇਹ ਮੈਂ ਉੱਪਰ ਸਮਝਾ ਦਿੱਤਾ ਤੁਹਾਨੂੰ। The joy of art is something eternal. Eternal ਹੁੰਦੀ ਹਮੇਸ਼ਾ ਰਹਿਣ ਵਾਲੀ। ਜਦੋਂ ਅਸੀਂ ਕਿਸੇ ਵੀ ਆਰਟ ਨੂੰ ਜੁਆਇਨ ਕਰਦੇ ਹਾਂ, ਉਹਦੀ ਜਿਹੜੀ ਖੁਸ਼ੀ ਹੁੰਦੀ ਹੈ ਹਮੇਸ਼ਾ, ਆਰਟ ਕੋਈ ਵੀ ਹੋ ਸਕਦੀ ਹੈ, ਆਰਟ ਐਨੀ ਆਰਟ, ਉਹਦੇ ਵਿੱਚ ਹਰ ਕੁਛ ਆ ਜਾਣਾ, ਕਹਿੰਦਾ ਉਹ ਹਮੇਸ਼ਾ ਇਟਰਨਲ ਹੁੰਦੀ ਹੈ ਤੇ ਸੈਟਿਸਫਾਈ ਕਰਦੀ ਸਾਨੂੰ। ਅਸੀਂ ਕੋਈ ਵੀ ਚੀਜ਼ ਬਣਾਉਣੇ ਆ, ਸਪੋਜ਼ ਕੋਈ ਬੱਚਾ ਆ ਉਹ ਕੋਈ ਵੁਡਿੰਗ ਤੇ ਬਣਾਉਂਦਾ, ਵੁੱਡ ਲੈ ਕੇ ਉਹਨੂੰ ਕੋਈ ਬਣਾਉਂਦਾ, ਕੋਈ ਟੇਬਲ ਬਣਾ ਲੈਂਦਾ, ਕੋਈ ਚੇਅਰ ਬਣਾ ਲੈਂਦਾ, ਕੋਈ ਛੋਟਾ ਜਿਹਾ ਖਿਡੌਣਾ ਬਣਾ ਲੈਂਦਾ, ਉਹ ਜਦੋਂ ਬਣਾ ਲਏਗਾ ਨਾ ਉਹਨੂੰ ਬਹੁਤ ਖੁਸ਼ੀ ਹੁੰਦੀ, ਉਹ ਆਪਣੇ ਆਪ 'ਚ ਸਭ ਨੂੰ ਦਿਖਾਏਗਾ, ਦੇਖੋ ਇਹ ਬਹੁਤ ਸੋਹਣਾ ਬਣਿਆ ਨਾ, ਲਾਈਕ ਦੈਟ। ਕਹਿੰਦਾ ਆਪਣੇ ਆਪ 'ਚ ਸੈਟਿਸਫਾਈਂਗ ਹੁੰਦੀ ਹੈ। ਦੈਨ ਦਾ ਜੋਇਜ਼ ਆਫ ਰੀਅਲ ਲਾਈਫ। ਲਾਈਫ ਜਿਹੜੀ ਰੀਅਲ ਹੁੰਦੀ ਹੈ, ਕਹਿੰਦਾ ਉਹਦੇ ਵਿੱਚ ਜੋਏ ਬਹੁਤ ਘੱਟ ਹੁੰਦਾ, ਜੋ ਆਰਟ ਸਾਨੂੰ ਜੋਏ ਦਿੰਦੀ ਹੈ ਉਹ ਬਹੁਤ ਵਧੀਆ ਹੁੰਦਾ। ਲਾਈਫ ਇਜ਼ ਸਬਜੈਕਟ ਟੂ ਚੇਂਜ ਐਂਡ ਡਿਕੇ। ਲਾਈਫ ਤਾਂ ਕਹਿੰਦਾ ਖਤਮ ਹੋ ਜਾਣੀ ਹੈ, ਜਿਹੜਾ ਬੰਦਾ ਆਇਆ ਉਹਨੇ ਜਾਣਾ। whereas art is the unchanging expression of beauty. ਆਰਟ ਹਮੇਸ਼ਾ ਰਹਿ ਜਾਂਦੀ ਹੈ, ਉਹਦੀ ਬਿਊਟੀ ਰਹਿ ਜਾਂਦੀ ਹੈ, ਬੰਦੇ ਚਲੇ ਜਾਂਦੇ ਆ, ਠੀਕ ਹੈ। ਹੁਣ ਜਿਹੜੇ ਆਰਟਿਸਟ ਇੰਨੇ ਵੱਡੇ ਹੋਏ ਆ, ਉਹਨਾਂ ਨੇ ਇੰਨੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਆ, ਉਹਨਾਂ ਨੂੰ ਅਸੀਂ ਹੁਣ ਵੀ ਯਾਦ ਕਰਦੇ ਹਾਂ। ਉਹ ਬੰਦੇ ਤਾਂ ਨਹੀਂ ਹੈਗੇ, ਉਹ ਨਹੀਂ ਬੰਦੇ ਹੈਗੇ, ਆਪਾਂ ਸਿਰਫ ਉਹਨਾਂ ਦੀ ਚੀਜ਼ਾਂ ਯਾਦ ਕਰਦੇ ਹਾਂ, ਆਪਾਂ ਉਹਨਾਂ ਦੀ ਆਰਟ ਯਾਦ ਕਰਦੇ ਕਿ ਉਹਨਾਂ ਨੇ ਕਿੰਨਾ ਸੋਹਣਾ ਬਣਾਇਆ ਸੀ। Art inspires human being to seek shelter in its eternity. ਕਹਿੰਦਾ ਆਰਟ ਬੰਦੇ ਨੂੰ ਕਹਿੰਦੀ ਆ, ਤੂੰ ਮੇਰੇ ਕੋਲ ਆ, ਮੈਂ ਤੈਨੂੰ ਸ਼ਾਂਤੀ ਦਿੰਦੀ ਹਾਂ, ਠੀਕ ਹੈ, ਮੈਂ ਤੈਨੂੰ ਮੇਰੇ ਸ਼ੈਲਟਰ 'ਚ ਆ ਜਾ, ਮੇਰੇ ਮਤਲਬ ਮੇਰੇ ਅੰਡਰ ਆ ਕੇ ਕੰਮ ਕਰ ਤਾਂ ਕਿ ਤੈਨੂੰ ਸ਼ਾਂਤੀ ਮਿਲੇ। ਆਰਟ ਕਹਿ ਰਹੀ ਹੈ, ਆਰਟ ਵਿੱਚ ਸਾਰਾ ਕੁਝ ਆ ਜਾਂਦਾ ਬੇਟੇ, ਸਿੰਗਿੰਗ ਵੀ ਆ ਜਾਂਦੀ, ਪੇਂਟਿੰਗ ਵੀ ਆ ਜਾਂਦੀ, ਠੀਕ ਹੈ। ਕੋਈ ਆਪਾਂ ਤੁਸੀਂ ਕਲਾਕ੍ਰਿਤੀ ਕੋਈ ਇਹਦਾ ਨਾਲ ਰਿਲੇਟਡ ਕੰਮ ਕਰਦੇ ਹੋ, ਸਾਰੇ ਚੀਜ਼ਾਂ ਆ ਜਾਂਦੀਆਂ। ਇਟ ਇਜ਼ ਦ ਗ੍ਰੇਟ ਨੌਲੇਜ ਦੈਟ ਮੈਨ ਮਸਟ ਨੋ। ਕਹਿੰਦਾ ਇਹ ਇੱਦਾਂ ਦੀ ਨੌਲੇਜ ਹੈ, ਬੰਦਾ ਥੱਕਦਾ ਨਹੀਂ ਫਿਰ ਜਿੱਦਾਂ ਹੁਣ ਤੁਸੀਂ ਘਰ ਬੈਠੇ ਆ, ਜਿਹੜਾ ਬੱਚਾ ਥੋੜਾ ਜਿਹਾ ਵੀ ਆਰਟਫੁਲ ਹੈ, ਕੁਝ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਜਾਂ ਆਰਟਫੁਲ ਇਹਨੂੰ ਹੋਰ ਤਰੀਕੇ ਨਾਲ ਕਹਿ ਦਈਏ ਕਿ ਤੁਸੀਂ ਕਿਸੇ ਦੀ ਹੈਲਪ ਕਰਨਾ ਚਾਹੁੰਦੇ ਆ, ਕੋਈ ਛੋਟਾ ਬੱਚਾ ਹੈ, ਵੱਡਾ ਬਜ਼ੁਰਗ ਹੈ, ਉਹਦੀ ਕਿਸੇ ਤਰ੍ਹਾਂ ਹੈਲਪ ਕਰਦੇ, ਉਹ ਵੀ ਤੁਹਾਡੀ ਇੱਕ ਆਰਟਫੁਲ ਨੇਚਰ ਹੈ, ਉਹ ਨੇਚਰ ਟਾਈਪ ਹੈ। ਉਹ ਕਹਿੰਦਾ ਤੁਹਾਨੂੰ ਹਮੇਸ਼ਾ ਖੁਸ਼ੀ ਦਿੰਦੀ ਹੈ, ਕਦੇ ਤੁਹਾਨੂੰ ਇਹ ਨਹੀਂ ਰਿਅਲਾਈਜ਼ ਕਰਾਉਗੀ ਤੁਸੀਂ ਉਦਾਸ ਹੋ ਗਏ। ਸੋ ਇਹ ਪੋਇਮ ਸੀ ਬੇਟੇ, ਇਹ ਬਹੁਤ ਲੰਬੀ ਪੋਇਮ ਹੈ, ਇਹਦੇ ਵਿੱਚੋਂ ਫੁੱਲ ਲੈਂਥ ਹੀ ਕੁਐਸਚਨ ਆਉਂਦਾ ਹੁੰਦਾ। ਕੁਛ ਇਹਦੇ ਪੈਰਾਗ੍ਰਾਫਸ ਹੈ ਜਿਹੜੇ ਬਹੁਤ ਇੰਪੋਰਟੈਂਟ ਹੈ, ਉਹ ਫਿਰ ਮੈਂ ਅਲੱਗ ਤੋਂ ਫਿਰ ਤੁਹਾਨੂੰ ਸ਼ੋਅ ਕਰੂੰਗੀ, ਚਾਹੇ ਮੈਂ ਤੁਹਾਨੂੰ YouTube ਤੇ ਸ਼ੋਅ ਕਰਾਂ, ਚਾਹੇ ਜਿੱਥੇ ਮਰਜ਼ੀ ਸ਼ੋਅ ਕਰਾਂ। ਸੋ ਇਹਦੇ ਹਿਸਾਬ ਦੇ ਨਾਲ ਸਾਡੀ ਇੱਕ ਪੋਇਮ ਰਹਿ ਗਈ ਹੈ ਹੁਣ, ਤੇ ਇੱਕ ਲੈਸਨ ਪਿਆ। ਲੈਸਨ ਮੈਂ ਤੁਹਾਨੂੰ YouTube ਤੇ ਮੇਰਾ ਨਹੀਂ ਬਣਿਆ ਹੋਇਆ, ਉਹ ਕਿਸੇ ਹਿੰਦੀ ਦੀ ਟ੍ਰਾਂਸਲੇਸ਼ਨ ਪਾਈ ਸੀ, ਰਾਈਡਰਸ ਆਫ ਦਾ ਸੀ, ਪਾਈ ਸੀ ਨਾ ਬੇਟੇ? ਹਾਂਜੀ ਮੈਂ ਹਾਂ ਪਲੀਜ਼ ਉਹ ਗੋ ਥਰੂ ਹੋ ਜਾਓ। ਤੇ ਹੁਣ ਜਿਹੜੇ ਵੀ ਬੱਚੇ ਨਹੀਂ ਆਉਂਦੇ, ਜਦ ਇਹ ਤੁਹਾਡੀ ਰਿਸਪੌਂਸਿਬਿਲਿਟੀ ਹੈ। ਅਸੀਂ ਮੋਸਟ ਆਫ ਦਾ ਸਾਡੇ ਜਿਹੜੇ ਲੈਕਚਰਸ ਹੈ ਉਹ ਰਿਕਾਰਡਡ ਹੋ ਗਏ ਆ, ਕਿਉਂਕਿ ਪਿਛਲੀ ਵਾਰੀ ਸਾਨੂੰ ਅਸੀਂ ਵੀ ਤਾਂ ਨਵੇਂ ਸੀ ਨਾ ਬੇਟੇ, ਆਪਾਂ ਸਿੱਖਦੇ ਰਹਿੰਦੇ, ਸਾਰੀ ਉਮਰ ਸਿੱਖਦੇ ਰਹਿੰਦੇ, ਜਿਵੇਂ ਤੁਸੀਂ ਸਿੱਖ ਰਹੇ ਆ, ਅਸੀਂ ਵੀ ਇਦਾਂ ਦਾ ਕੋਈ ਟਾਈਮ ਨਹੀਂ ਸੀ ਦੇਖਿਆ, ਅਸੀਂ ਵੀ ਸਿੱਖ ਰਹੇ ਹਾਂ। ਤੇ ਅਸੀਂ ਪਹਿਲਾਂ ਵੈਸੇ ਹੀ ਲੈਕਚਰ ਪਾ ਦਿੰਦੇ ਸੀ,
ਤੇ ਫਿਰ ਜਿਹੜੇ ਸ਼ੈਤਾਨ ਬੱਚੇ ਹੁੰਦੇ ਜਿਹੜੇ ਕਦੀ ਕਲਾਸਾਂ 'ਚ ਵੜਦੇ ਨਹੀਂ, ਬਸ ਦਿਮਾਗ 'ਚ ਹਮੇਸ਼ਾ ਸ਼ਰਾਰਤ ਰਹਿੰਦੀ ਹੈ, ਜਾਂ ਉਹਨਾਂ ਨੂੰ ਕੋਈ ਏਦਾਂ ਦੇ ਲੋਕੀ ਇਨਸਾਈਟ ਕਰਦੇ ਏਦਾਂ ਕਹੋ ਤੁਸੀਂ ਬਚ ਜਾਓਗੇ, ਉਹ ਵਾਲੇ ਸਟੂਡੈਂਟ ਹੁੰਦੇ, ਉਹਨਾਂ ਨੇ ਫਿਰ ਇਹ ਕਹਿਣਾ ਸ਼ੁਰੂ ਕਰਤਾ ਸਾਨੂੰ ਇਹ ਨਹੀਂ ਕਰਾਇਆ, ਸਾਨੂੰ ਇਹ ਨਹੀਂ ਕਰਾਇਆ। ਹੁਣ ਇਸ ਵਕਤ ਜਿਹੜਾ ਹੈ ਰਿਕਾਰਡਡ ਲੈਕਚਰ ਹੈ ਸਾਰੇ, ਸੋ ਇਹ ਗਲਤੀ ਨਾ ਕਰਿਓ ਉਹ ਵਾਲੇ ਜਿਹੜੇ ਸ਼ਰਾਰਤੀ ਆਨਸਰ ਬੈਠੇ ਆ ਕਲਾਸਾਂ 'ਚ, ਕਦੀ ਵੀ ਕਲਾਸਾਂ 'ਚ ਨਹੀਂ ਆਉਂਦੇ। ਇਹ ਕਹਿਣ ਦੀ ਕੋਸ਼ਿਸ਼ ਕਰੀਏ ਕਿ ਆਹ ਟੀਚਰ ਨੇ ਆਹ ਵਾਲੀ ਚੀਜ਼ ਕਰਵਾਈ ਨਹੀਂ ਹੈ। ਸਾਰੇ ਟੀਚਰ ਕੋਲ ਰਿਕਾਰਡ ਹੈ ਆਪਣਾ, ਤੁਹਾਡੇ ਬੱਚਿਆਂ ਦੀ ਅਟੈਂਡੈਂਸ ਦਾ ਵੀ ਰਿਕਾਰਡ ਹੈ, ਠੀਕ ਹੈ। ਅੱਜ ਵੀ ਤੁਹਾਡੇ ਜਦੋਂ ਮੈਂ ਤੁਹਾਡੇ ਨਾਲ ਇੱਥੇ ਮੈਂ ਗੱਲ ਕਰ ਰਹੀ ਹਾਂ, ਤੁਸੀਂ ਚੈਟ ਤੇ ਆਪਣਾ ਰੋਲ ਨੰਬਰ ਤੇ ਉਹ ਸ਼ੇਅਰ ਕਰ ਸਕਦੇ ਆ, ਰੋਲ ਨੰਬਰ ਐਂਡ ਫੀਲਡ, ਠੀਕ ਹੈ। ਚੈਟ ਤੇ ਆ ਜਾਣਾ ਤੁਹਾਡਾ ਸਾਰਾ। ਤੇ ਅੱਜ ਦੀ ਅਟੈਂਡੈਂਸ ਗੁਰਪ੍ਰੀਤ ਪਲੀਜ਼ ਲੈ ਕੇ, ਪਿਛਲੀ ਵਾਲੀ ਭੇਜੀ ਸੀ ਮੈਨੂੰ WhatsApp ਤੇ ਤੁਸੀਂ? ਨਹੀਂ ਮੈਮ WhatsApp ਨਹੀਂ ਕੀਤੀ ਸੀ, ਉਦਾਂ ਲੈ ਲਈ ਸੀ ਮੈਂ। ਮੈਨੂੰ ਭੇਜ ਦਿਓ ਬੇਟੇ, ਅੱਜ ਦੀ ਵੀ ਭੇਜ ਦਿਓ, ਮੈਂ ਕਾਪੀ ਕਰਕੇ ਦੇਖ ਲਾਂ ਸੇਮ ਮਿਲਦੇ ਆ। ਤੇ ਆਪਣਾ ਬੈਠਾ ਹੋਣਾ ਰੋਲ ਨੰਬਰ 7 ਕੰਪਿਊਟਰ, ਬੈਠੇ ਹੋ ਰੋਲ ਨੰਬਰ 7? ਹਾਂਜੀ ਮੈਮ। ਹਾਂਜੀ, ਅਟੈਂਡੈਂਸ ਲੈ ਲਈ ਸੀ ਤੁਸੀਂ ਉਸ ਦਿਨ? ਫਿਰ ਹਾਂਜੀ ਲੈ ਲਈ ਸੀ। ਫਿਰ ਮੈਨੂੰ ਭੇਜ ਦਿਓ ਮੇਰੇ WhatsApp ਤੇ ਬੱਚਿਆਂ ਨੂੰ ਕਹੋ, ਕੋਈ ਵੀ ਬੱਚਾ ਮੈਨੂੰ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਪਲੀਜ਼ ਆਪਣੇ CS ਨੂੰ ਦੱਸੋ। ਸਿਲੇਬਸ ਬਾਰੇ ਕੋਈ ਪ੍ਰੋਬਲਮ ਹੈ, ਟੀਚਰ ਬਾਰੇ ਜੇ ਕਿਸੇ ਨੇ ਸਿਲੇਬਸ ਨਹੀਂ ਕਵਰ ਕੀਤਾ, ਤੁਸੀਂ ਦੁਬਾਰਾ ਸੁਣਨਾ ਚਾਹੁੰਦੇ ਆ, ਦੁਬਾਰਾ ਚੀਜ਼ ਸਿੱਖਣਾ ਚਾਹੁੰਦੇ ਆ, ਟਾਈਮ ਤੁਹਾਡੇ ਕੋਲ ਬਹੁਤ ਘੱਟ ਹੈ। ਇਹਨਾਂ ਨੇ ਆਪਣੇ ਹਿਸਾਬ ਨਾਲ ਪੇਪਰ ਲੈ ਲੈਣੇ, ਠੀਕ ਹੈ। ਮੈਂ ਨਹੀਂ ਕਹਿੰਦੀ ਕੋਈ ਡੇਟ ਸ਼ੀਟ ਜਾਂ ਕੁਛ ਇਦਾਂ ਦਾ ਕੁਝ ਨਹੀਂ ਆਇਆ, ਪਰ ਜਿੱਦਾਂ ਦੇ ਉਹ ਚੱਲ ਰਹੇ ਹਾਲਾਤ, ਇਹਨਾਂ ਨੇ ਆਨਲਾਈਨ ਪੇਪਰ ਦੀ ਸਿਰਫ ਡੇਟ ਹੀ ਦੇਣੀ ਹੈ ਤੇ ਯੂ ਸ਼ੁੱਡ ਬੀ ਪ੍ਰੀਪੇਅਰਡ। ਤੁਸੀਂ ਸਭ ਤੋਂ ਪਹਿਲਾਂ ਇੰਨਾ ਕੰਮ ਕਰ ਲਓ ਇਸ ਟਾਈਮ ਦੇ ਵਿੱਚ ਕਿ ਜੋ ਤੁਹਾਡਾ ਰਹਿੰਦਾ ਕੰਮ ਹੈ ਉਹ ਕਰ ਲਓ, ਠੀਕ ਹੈ। ਨਾਓ ਟਾਈਮ ਇਜ਼ ਰਨਿੰਗ ਆਊਟ, ਮੈਨੂੰ ਆ ਗਿਆ ਮੈਸੇਜ, ਠੀਕ ਹੈ। ਓਕੇ, ਮੈਂ ਬੰਦ ਕਰ ਰਹੀ ਹਾਂ ਬੇਟੇ। ਓਕੇ, ਬਾਏ ਬਾਏ।